सत श्री अकाल, स्वागत है साढ़े सारे दर्शकों का साड़ी इस खास पेशकश। कनाडा के प्रधानमंत्री जस्टिन ट्रूडो अपनी 7 दिन की भारत फेरी ते ने। उन्होंने दे नाल एक वफद आया जिहदे च कि उन्होंने कैबिनेट मंत्री ते सांसद भी मौजूद रहे। इस वेले उस वफद का एक अहम हिस्सा सोनिया सिद्धू जो कि साउथ ब्रैम्पटन तो मैंबर ऑफ पार्लीमेंट ने साडे नाल मौजूद ने। मैम बहुत बहुत स्वागत है तुहाडा। पहला सवाल तो यही होना चाहिए है कि इंडिया आना परसनल तौर पर किस तरीके की विजिट किवें रहा? सब तो पहला तो PTC के दर्शकों को मेरे वालों प्यार भरी सत श्री अकाल। थैंक यू फॉर हैविंग मी ऑन योर शो। बहुत ही चंगा लग रहा जी अपने प्राइम मिनिस्टर ते कैबिनेट मिनिस्टर नाल ते अपने कॉलीग्स नाल आके जिहड़ा ओवरवेलमिंग रिस्पॉन्स हैगा सारे जगह तो मिल रहा। सो इट्स क्वाइट अमेजिंग। ਜਦੋਂ ਤੁਸੀਂ ਇੱਕ ਇੰਨੇ ਅਹਿਮ ਵਫਦ ਦਾ ਹਿੱਸਾ ਬਣ ਕੇ ਇੰਡੀਆ ਆਉਂਦੇ ਹੋ ਤਾਂ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਸਾਰੀਆਂ ਜ਼ਹਿਨ 'ਚ ਚੀਜ਼ਾਂ ਹੁੰਦੀਆਂ ਨੇ ਕਿ ਆਹ ਕਰਨਾ ਹੈ ਆਹ ਕਰਨਾ ਹੈ। ਜਦੋਂ ਇੰਡੀਆ ਆ ਰਹੇ ਸੀ ਤਾਂ ਉਸ ਦੌਰਾਨ ਇੰਡੀਆ ਆਉਣ ਨੂੰ ਲੈ ਕੇ ਇੱਕ ਅਹਿਮ ਚੀਜ਼ ਜੋ ਕਿ ਇੱਕ ਮਾਈਂਡ 'ਚ ਰੱਖ ਕੇ ਆਏ ਹੋਵੋਗੇ ਕਨਾਡਾ 'ਚੋਂ ਕਿ ਆਹ ਕੰਮ ਕਰਨਾ ਹੈ ਜਾ ਕੇ, ਉਹ ਸਭ ਤੋਂ ਅਹਿਮ ਕੀ ਸੀ ਸੋਨੀਆ ਸਿੱਧੂ ਦੇ ਦਿਮਾਗ 'ਚ? ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਆਪਣੇ ਕੌਲੀਗਸ ਨਾਲ ਜਾਂ ਤੁਸੀਂ ਐਜ਼ ਏ ਡੈਲੀਗੇਸ਼ਨ ਆਉਂਦੇ ਹੋ एक पर्सनल लैवल तो हट के उपर तक हुंदा कि जे मीटिंग्स किस तरह दियां होणगियां। वैरी ऑप्टिमिस्टिक अप्रोच से जिहड़े साडे प्राइम मिनिस्टर हमेशा ही बहुत ऑप्टिमिस्टिक रहिंदे हैगे आ ते बाकी सानू पता सी कि मीटिंग्स भी काफ़ी जिहड़ियां वा ते बाकी जिहड़ियां जिवें पहला आगरा च रुकना सीगा फर्स्ट डे एंड ते असी जिहड़े असी आगरा असी पहलां देखिया होया सी ते असी उस दिन जिहड़े साडे ब्रैम्पटन दे MP सी असी रकाबगंज गए। रकाबगंज तो असी मत्था टेक के जिहड़े साडे गुरु तेग बहादुर जी दा स्थान उत्थों असी अपना जिहड़ा सफ़र शुरू किया क्योंकि अर्ली मॉर्निंग असी इत्थे चले गए तो प्राइम मिनिस्टर हुनी उन्होंने दा जिहड़ा सी विद मिनिस्टर्स दे आर स्कैड्यूल्ड टू गो टू ताज महल तो असी उस तो बाद शहीदगंज भी गए। थोड़ी भी उत्थे टीम मिली। साडा इधरों शुरू होया साडा जिहड़ा सीगा टूर तो काफ़ी चीज़ां सीगियां जिवें कि सानू मैं अहमदाबाद कदी नहीं गई। अहमदाबाद जिवें काफ़ी चीज़ां जिहड़ियां देखण नूं मिलियां जिहड़ियां कि लाइफ च पहलां नहीं सी देखियां। नैक्सट डे असी बॉम्बे सी। बॉम्बे दे विच काफ़ी जिहड़ियां सी CEOs नाल मीटिंग्स होईयां, टाटा नाल, बिरला नाल। बहुत ही ऑप्टिमिस्टिक जिहड़ी सीगी अप्रोच लैके जिहड़ियां मीटिंग्स कीतियां गईयां ते जिहड़ी आउण वाले दिनां दे विच उम्मीद है कि जिहड़ी कैनेडा ते इंडिया दे रिलेशनशिप है वो होर वधणगे, होर जिहड़ा वपार है होर वधूगा। ਤੁਸੀਂ ਮੁੰਬਈ ਦੀ ਗੱਲ ਕੀਤੀ, ਤੁਸੀਂ ਲੋਕ ਮੁੰਬਈ ਗਏ, ਇਨਵੈਸਟਰਸ ਨਾਲ ਮੁਲਾਕਾਤਾਂ ਤੁਹਾਡੀਆਂ ਹੋਈਆਂ ਨੇ, ਇੰਡਸਟਰੀਅਲਿਸਟ ਨਾਲ ਤੁਸੀਂ ਮਿਲੇ, ਕਿਸ ਤਰੀਕੇ ਦੀ ਮੁਲਾਕਾਤ ਰਹੀ ਉਹਨਾਂ ਦੇ ਨਾਲ? ਕੀ ਕੁਛ ਗੱਲਾਂ ਹੋਈਆਂ ਨੌਕਰੀ ਬਾਰੇ? ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਵਪਾਰਿਕ ਸਾਂਝ ਦੀ ਗੱਲ ਤੁਸੀਂ ਲੋਕਾਂ ਨੇ ਕੀਤੀ ਹੈ ਹਿੰਦੁਸਤਾਨ ਤੇ ਕਨਾਡਾ ਦੇ ਵਿੱਚ। मोर दैन 65,000 जिवें जॉब्स ਦੀਆਂ ਜਿਹੜੀਆਂ ਹੋਰ ਪ੍ਰੋਡਕਸ਼ਨ ਹੋਊਗੀ। ਬਹੁਤ ਹੀ ਪੋਟੈਂਸ਼ੀਅਲ ਹੈਗੀ ਇੰਡੀਆ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ। ਦੋਨੋਂ ਜਿਵੇਂ ਤੁਸੀਂ G7 ਫਾਸਟ ਗਰੋਇੰਗ ਕੰਟਰੀ ਹੈ, ਇੰਡੀਆ ਵੀ ਫਾਸਟ ਜਿਹੜਾ ਗਰੋਇੰਗ ਕੰਟਰੀ ਹੈਗਾ ਇਕੋਨਮੀ ਦੇ ਹਿਸਾਬ ਨਾਲ। ਤੇ ਜਿਹੜਾ ਯੂਥ ਹੈ ਜਿਵੇਂ ਤੁਸੀਂ ਦੇਖਿਆ ਜਾਵੇ ਉੱਥੇ ਦੇ ਸਟੂਡੈਂਟਸ ਵੀ ਬਹੁਤ ਹੀ ਸਾਡੇ ਜੇ ਦੇਖਿਆ ਜਾਵੇ ਚਾਈਨਾ ਨੰਬਰ ਪਹਿਲੇ ਤੇ ਜ਼ਿਆਦਾ ਸਟੂਡੈਂਟਸ ਆਉਂਦੇ। ਸੈਕਿੰਡ ਜਿਹੜੇ ਇੰਡੀਆ ਤੋਂ ਜ਼ਿਆਦਾ ਸਟੂਡੈਂਟਸ ਆਉਂਦੇ ਹੈਗੇ ਆ। 124,000 ਜਿਹੜੇ ਸਟੂਡੈਂਟਸ ਆਲਰੇਡੀ 2017 ਤੇ ਪਹੁੰਚ ਚੁੱਕੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਹੈਗੀਆਂ ਕਾਫੀ ਸਟੂਡੈਂਟਸ ਜਿਹੜੇ ਹੈਗੇ ਆ ਜਿਵੇਂ ਸਾਨੂੰ ਅਜੇ ਵੀ IT ਜੌਬਸ ਦੇ ਵਿੱਚ ਹੋਰ ਸਾਨੂੰ ਚਾਹੀਦੇ ਹੈਗੇ ਆ ਸਟੂਡੈਂਟਸ ਜਿਹੜਾ ਕਿ ਜੌਬਸ ਜਿਹੜੀਆਂ ਕ੍ਰੀਏਸ਼ਨ ਜਿਹੜੀ ਆ ਕੈਨੇਡਾ ਦੇ ਵਿੱਚ ਜੇ ਤੁਸੀਂ ਦੇਖਿਆ ਜਾਵੇ ਕਿ ਲੋਐਸਟ ਲੈਵਲ 'ਤੇ ਹੁਣ ਜਿਹੜੀ ਅਨਇੰਪਲੋਇਮੈਂਟ ਰੇਟ ਹੈਗਾ ਜਿਹੜਾ ਕਿ ਪਹਿਲਾਂ ਕਦੀ ਨਹੀਂ ਸੀ ਹੋਇਆ। ਉਸ ਇਹ ਬਿਲਕੁਲ ਸਾਡੀ ਪ੍ਰਾਈਮ ਮਿਨਿਸਟਰ ਸਾਡੀ ਕੈਬਨਿਟ ਅਤੇ ਜਿਹੜੀਆਂ ਲਿਬਰਲ ਪਾਰਟੀ ਦੀਆਂ ਪੋਲਿਸੀਜ਼ ਜਿਹੜੀਆਂ ਅਸੀਂ ਲੈ ਕੇ ਚੱਲੇ ਸੀ ਕੈਂਪੇਨ ਦੇ ਡਿਊਰਿੰਗ ਉਹਨਾਂ ਦੇ ਹਿਸਾਬ ਨਾਲ ਚੱਲ ਰਹੇ ਕਿ ਕਰਕੇ ਜਿਹੜੇ ਵਾਅਦੇ ਕੀਤੇ ਸੀਗੇ ਸਾਡੇ ਰੈਜ਼ੀਡੈਂਟਸ ਨਾਲ ਉਹ ਪੂਰੇ ਹੋ ਰਹੇ ਹੈਗੇ ਆ। ਜੌਬਸ ਕ੍ਰੀਏਸ਼ਨ ਹੋਣ ਕਰਕੇ ਸਟੂਡੈਂਟਸ ਜਿਹੜੇ ਜ਼ਿਆਦਾ ਹੋਣ ਕਰਕੇ ਅਸੀਂ ਹੁਣ ਵੀ ਜਦੋਂ ਅੱਜ ਵੀ ਸਾਡੇ ਦਿੱਲੀ ਮੀਟਿੰਗ ਹੋਈ ਹੈ ਜਦੋਂ ਅਸੀਂ ਕੌਂਸਲਰ ਦੇ ਗਏ ਆ ਉਹਨਾਂ ਦੇ ਸਟਾਫ ਨਾਲ ਹੋਈ ਹੈ ਤਾਂ ਕਿ ਅਸੀਂ ਸੋਚਦੇ ਹਾਂ ਕਿ ਹੋਰ ਈਜ਼ੀ ਬਣੇ ਤਾਂ ਕਿ ਜਿਹੜੇ ਸਟੂਡੈਂਟਸ ਆ ਜਿਹੜਾ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਉਹ ਵੀ ਨਾ ਆ ਸਕਣ। ਤੇ ਮੈਂ ਪਿਛਲੇ ਵੀ ਇੰਟਰਵਿਊ ਦੇ ਵਿੱਚ ਅਪੀਲ ਕੀਤੀ ਸੀਗੀ ਸਾਰੇ ਸਟੂਡੈਂਟਸ ਨੂੰ ਕਿ ਆਨਲਾਈਨ ਜੇ ਅਪਲਾਈ ਕਰਨਗੇ ਪ੍ਰੋਸੈਸਿੰਗ ਟਾਈਮ ਜਿਹੜਾ ਵਾ ਇੱਕ ਤਾਂ ਉਹ ਘੱਟ ਲੱਗੂਗਾ।
ਬਾਕੀ ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੇ ਏਜੰਟਸ ਦੇ ਵਿੱਚ ਚੱਕਰਾਂ ਦੇ ਵਿੱਚ ਪੈਸੇ ਖਰਾਬ ਕਰਦੇ ਉਹ ਬਿਲਕੁਲ ਉਹਨਾਂ ਚੱਕਰਾਂ 'ਚ ਫਸਣ ਦੀ ਲੋੜ ਨਹੀਂ। ਸਿੱਧਾ ਇੰਟਰਨੈਟ ਅਤੇ ਤੁਸੀਂ ਅਪਲਾਈ ਕਰੋ, ਆਨਲਾਈਨ ਅਪਲਾਈ ਕਰੋ ਅਤੇ ਸਾਰਾ ਜਿਹੜਾ ਹੈਗਾ ਉਹਦੇ 'ਤੇ ਇਨਫੋਰਮੇਸ਼ਨ ਪਈ ਹੈਗੀ ਹੈ। ਅਤੇ ਆਈ ਥਿੰਕ ਤੁਸੀਂ ਇੱਕ ਤਾਂ ਟਾਈਮ ਆਪਣਾ ਬਚਾ ਸਕਦੇ ਹੋ, ਆਪਣੀ ਮਨੀ ਬਚਾ ਸਕਦੇ ਹੋ, ਅਤੇ ਬਾਕੀ ਜਿਹੜੀ ਐਨਰਜੀ ਵੇਸਟ ਹੁੰਦੀ ਆ ਯੂ ਕੈਨ ਸੇਵ ਦੈਮ। ਲੇਕਿਨ ਤੁਸੀਂ ਗੱਲ ਕੀਤੀ ਸ਼ਹੀਦਗੰਜ ਜਾਣ ਦੀ, ਰਕਾਬਗੰਜ ਗੁਰਦੁਆਰਾ ਸਾਹਿਬ ਜਾਣ ਦੀ। 1984 ਇੱਕ ਜਿਹੜੇ ਦੰਗੇ ਹੋਏ, ਤੁਸੀਂ ਉਸ ਜਗ੍ਹਾ 'ਤੇ ਵੀ ਗਏ, ਤੁਸੀਂ ਸ਼ਹੀਦਗੰਜ ਉੱਥੇ ਲੋਕਾਂ ਨੂੰ ਵੀ ਮਿਲੇ। ਅਜੇ ਵੀ ਉਹਨਾਂ ਲੋਕਾਂ 'ਚ ਉਹ ਦਰਦ ਬਾਕੀ ਹੈ, ਤੁਸੀਂ ਉਹਨਾਂ ਨਾਲ ਮੁਲਾਕਾਤ ਵੀ ਕੀਤੀ, ਕੀ ਕਹੋਗੇ ਉਸ ਬਾਰੇ? ਹਾਂ ਬਿਲਕੁਲ ਜੀ, ਉੱਥੇ ਜਦੋਂ ਅਸੀਂ ਰਕਾਬਗੰਜ ਗਏ ਉੱਥੇ ਅਫਗਾਨ ਜਿਹੜੀਆਂ ਸੀਗੀਆਂ ਫੈਮਲੀਜ਼ ਨੂੰ ਵੀ ਮਿਲੇ ਅਤੇ ਉਹ ਵੀ ਕਾਫੀ ਵੇਟ ਕਰ ਰਹੇ, ਪਰ ਉਹਨਾਂ ਦੇ ਇਨ ਪ੍ਰੋਸੈਸ ਦੇ ਵਿੱਚ ਹੈਗਾ ਜਿਹੜਾ ਕਿ ਉਹਨਾਂ ਨੇ ਜਿਹੜੇ ਕਈ ਫੈਮਲੀਜ਼ 25 ਫੈਮਲੀਜ਼ ਕੈਨੇਡਾ ਚਲੇ ਗਈਆਂ, ਬਾਕੀ ਕੁਛ ਨੂੰ ਇੰਟਰਵਿਊਜ਼ ਆ ਰਹੀਆਂ ਹੈਗੀਆਂ ਅਤੇ ਉਹਨਾਂ ਦੇ ਵੀ ਦੁੱਖ ਦਰਦ ਸੁਣੇ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਲੇਡੀਜ਼ ਨੂੰ ਵੀ ਮਿਲੇ ਜਿਹੜੇ ਕਿ ਵਿਡੋ ਕਾਲੋਨੀ ਦੇ ਵਿੱਚ ਰਹਿ ਰਹੀਆਂ ਨੇ, ਕਾਫੀ ਤਰਸਯੋਗ ਹਾਲਤ ਸੀ ਉਹਨਾਂ ਦੀ ਅਤੇ ਮਤਲਬ ਕਿ ਕਾਫੀ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਦਿਲ ਨੂੰ ਦੁੱਖ ਹੋਇਆ। ਸੋਨੀਆ ਸਿੱਧੂ ਦੀ ਗੱਲ ਕਰੀਏ ਤਾਂ ਸੋਨੀਆ ਸਿੱਧੂ ਪੋਲੀਟਿਕਸ ਆਉਣ ਤੋਂ ਪਹਿਲਾਂ ਇੱਕ ਲੰਬੇ ਟਾਈਮ ਤੱਕ ਹੈਲਥ ਪ੍ਰੈਕਟੀਸ਼ਨਰ ਆਪ ਰਹੇ ਨੇ, ਤੁਸੀਂ ਡਾਇਬਟਿਕਸ ਜਿਹੜੀ ਸ਼ੇਅਰ ਵੀ ਕਰ ਰਹੇ ਹੋ ਉਸਨੂੰ, ਕਿੰਨਾ ਕੁ ਉਸ ਕੰਮ ਦੇ ਵਿੱਚ ਸਫਲਤਾ ਮਿਲਦੀ ਹੋਈ ਨਜ਼ਰ ਆ ਰਹੀ ਹੈ? ਹਾਂ ਬਿਲਕੁਲ ਜੀ, ਮੈਂ ਮੋਸ਼ਨ ਵੀ ਪਾਇਆ ਹੋਇਆ ਨੈਸ਼ਨਲ ਸਟ੍ਰੈਟਜੀ ਵਾਸਤੇ। ਡਾਇਬਟੀਜ਼ ਜਿਹੜੀ ਹੈਗੀ ਆ, ਜੇ ਤੁਸੀਂ ਦੇਖਿਆ ਜਾਵੇ ਕਿ ਸਾਊਥ ਏਸ਼ੀਅਨਸ ਦੇ ਵਿੱਚ ਕਾਫੀ ਜ਼ਿਆਦਾ ਵੱਧ ਰਹੀ ਹੈ। ਜਿਸ ਜੇ ਬਰੈਂਪਟਨ ਦੀ ਮੈਂ ਗੱਲ ਕਰਾਂ, ਬਰੈਂਪਟਨ ਅਤੇ ਸਾਡੇ 1 in 6 ਜਿਹੜਾ ਪਰਸਨ ਆ ਅਫੈਕਟਡ ਔਰ ਡਾਇਬਟੀਜ਼ ਔਰ ਪ੍ਰੀ ਡਾਇਬਟੀਜ਼। ਯੈਸ ਮੈਂ ਚੇਅਰ ਹੈਗੀ ਮੈਂ ਆਲ ਪਾਰਟੀ ਡਾਇਬਟੀਜ਼ ਕਾਕਸ ਦੀ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਮੌਕਾ ਮਿਲਿਆ ਕੋਲਕਾਤਾ ਆਉਣ ਦਾ। 2 ਵੀਕ ਪਹਿਲਾਂ ਹੀ ਮੈਂ ਕੋਲਕਾਤਾ ਤੋਂ ਹੋ ਕੇ ਗਈ ਹਾਂ, ਜਿੱਥੇ ਤੇ 8th ਵਰਲਡ ਕਾਂਗਰਸ ਦੇ ਵਿੱਚ ਮੈਂ ਪਾਰਟੀਸਪੇਟ ਕੀਤਾ, ਜਿਹਦੇ ਵਿੱਚ ਕਾਫੀ ਵਿਚਾਰਾਂ ਕੀਤੀਆਂ ਗਈਆਂ ਕਿ ਕਿਸ ਢੰਗ ਨਾਲ ਕਿ ਇਸ 'ਤੇ ਕੰਟਰੋਲ ਕੀਤਾ ਜਾਵੇ, ਜਿਹਦੇ ਵਿੱਚ ਮੈਂ ਵੀ ਜਿਹੜਾ ਕੈਨੇਡਾ ਹੈਗਾ ਬਰਥ ਪਲੇਸ ਹੈਗਾ ਇਨਸੂਲਿਨ ਦਾ, ਜੇ ਤੁਸੀਂ ਸਰ ਬੈਂਟਿੰਗ ਫਰੈਡਰਿਕ ਬੈਂਟਿੰਗ ਜਿਹੜੇ ਲੰਡਨ ਦੇ ਵਿੱਚ ਹੈਗੇ ਆ, ਇਨਸੂਲਿਨ ਜਿਹੜੀ ਇਨਵੈਂਸ਼ਨ ਹੋਈ ਸੀਗੀ ਉਹ ਸਾਡੇ ਉੱਥੋਂ ਹੋਈ ਸੀਗੀ। ਸੋ ਸਾਡੀ ਕਾਕਸ ਮੀਟਿੰਗਸ ਦੇ ਵਿੱਚ ਕਾਫੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਨਾਲ ਅਸੀਂ ਇਸ 'ਤੇ ਕੰਟਰੋਲ ਕੀਤਾ ਜਾਵੇ, ਕਿਸ ਤਰ੍ਹਾਂ ਨਾਲ ਅਵੇਅਰਨੈਸ ਕੀਤੀ ਜਾਵੇ। ਇਹਦੇ ਵਿੱਚ ਜੇ ਪਿਛਲੇ ਦਿਨਾਂ ਦੇ ਵਿੱਚ ਮੈਂ ਪਹਿਲਾਂ ਸਭ ਤੋਂ ਅਸੀਂ ਜਿਹੜਾ ਫੁੱਟ ਸਟੈਪ ਚੈਲੰਜ ਵੀ ਕੀਤਾ ਸੀ, ਜਿਹਦੇ 'ਚ ਸਾਡੇ ਹੈਲਥ ਮਿਨਿਸਟਰ ਨੇ ਵੀ ਪਾਰਟੀਸਪੇਟ ਕੀਤਾ ਸੀਗਾ। ਅਤੇ ਇਸ ਤਰ੍ਹਾਂ ਦੀਆਂ ਰਿਸਰਚਰਸ ਵੀ ਅਸੀਂ ਲਿਆਉਂਦੇ ਹਾਂ ਤਾਂ ਕਿ ਕਿਸ ਤਰ੍ਹਾਂ ਨਾਲ ਅਵੇਅਰਨੈਸ ਕੀਤੀ ਜਾਵੇ ਅਤੇ ਕਿਸ ਤਰ੍ਹਾਂ ਨਾਲ ਰਿਸਰਚਰਸ ਨੂੰ ਹੋਰ ਅੱਗੇ ਕੀਤਾ ਜਾਵੇ ਤਾਂ ਕਿ ਅਸੀਂ ਕਿਸੇ ਤਰ੍ਹਾਂ ਢੰਗ ਨਾਲ ਇਸ ਬਿਮਾਰੀ 'ਤੇ ਕਾਬੂ ਪਾ ਸਕੀਏ। ਜੇ ਤੁਸੀਂ ਦੇਖਿਆ ਜਾਵੇ ਐਂਪੂਟੇਸ਼ਨ ਰੇਟ ਇਜ਼ ਵੈਰੀ ਵੈਰੀ ਹਾਈ ਇਨ ਅੰਟੈਰੀਓ, ਅਤੇ ਹੋਰ ਵੀ ਜਿਹੜੀਆਂ ਹਾਰਟ ਡਿਜ਼ੀਜ਼, ਕਿਡਨੀ ਡਾਇਲਿਸਿਸ, ਜਿਹੜੀ ਰੈਟਨੋਪੈਥੀ ਹੈਗੀ ਆ, ਉਹ ਮੇਨ ਡਾਇਬਟੀਜ਼ ਦਾ ਹੀ ਜਿਸ ਜਾਵੇ ਕਾਰਨ ਹੈਗਾ। ਸੋ ਸਾਊਥ ਏਸ਼ੀਅਨਸ ਦੇ ਵਿੱਚ ਜਿਵੇਂ ਡਾਇਟ, ਜੇ ਤੁਸੀਂ ਐਕਟਿਵ ਜਿਹੜੇ ਲਾਈਫ ਸਟਾਈਲ, ਕਾਫੀ ਕੁਛ ਇਸ ਢੰਗ ਨਾਲ ਅਵੇਅਰਨੈਸ ਨੰਬਰ 1 ਸਾਡਾ ਹੈਗਾ ਟੀਚਾ ਇਹ ਕਰਨ ਦਾ। ਦੂਸਰਾ ਹੈਗਾ ਕਿ ਕਿਸ ਤਰ੍ਹਾਂ ਨਾਲ ਮੈਡੀਕੇਸ਼ਨ ਜਿਹੜੀ ਆ, ਕਈ ਵਾਰੀ ਥੋੜ੍ਹਾ ਜਿਹਾ ਆਉਂਦਾ ਕਿ ਕਈ ਜਿਹੜੀ ਮੁਸ਼ਕਿਲ ਆਉਂਦੀ ਮੈਡੀਕੇਸ਼ਨ ਲੈਣ ਵਾਸਤੇ ਕਈ ਲੋਕਾਂ ਨੂੰ, ਅਤੇ ਉਹਨਾਂ ਨੂੰ ਮੈਡੀਕੇਸ਼ਨ ਜਿਹੜੀ ਉਹ ਐਕਸੈਸਿਬਲ ਹੋ ਸਕੇ ਤਾਂ ਕਿ ਉਹ ਆਪਣੀ ਮੈਡੀਕੇਸ਼ਨ ਕਈ ਵਾਰੀ ਜਾਂ ਸਕਿਪ ਨਾ ਕਰ ਸਕਣ, ਜਿਹਦੇ ਨਾਲ ਡਾਇਬਟੀਜ਼ 'ਤੇ ਕੰਟਰੋਲ ਹੋ ਸਕੇ। ਸੋ ਇਸ ਟੁਵਰਡਸ ਸਾਡਾ ਟੀਚਾ ਹੈਗਾ ਅਤੇ ਅਸੀਂ ਇਹਦੇ 'ਤੇ ਕਾਫੀ ਕੰਮ ਕਰ ਰਹੇ ਹੈਗੇ। ਇੰਟਰਨੈਸ਼ਨਲ ਲੈਵਲ 'ਤੇ ਵੀ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਕੈਨੇਡਾ ਨੂੰ। ਹਾਂਜੀ। ਬਾਕੀ ਕੰਟਰੀਆਂ ਦੇ ਮੁਕਾਬਲੇ ਕਿੱਥੇ ਦੇਖਦੇ ਹੋ ਇਸ ਪੂਰੇ ਫੀਲਡ ਦੇ ਵਿੱਚ ਕੈਨੇਡਾ ਨੂੰ ਖੜਾ ਹੋਇਆ? ਜੇ ਹਮੇਸ਼ਾ ਹੀ ਹਰ ਥਾਂ ਬਹੁਤ ਹੁੰਦਾ ਕਿ ਰੂਮ ਤੁਸੀਂ ਇੰਪਰੂਵ ਕਰਨ ਦਾ, ਅਤੇ ਇੱਥੇ ਵੀ ਡਾਇਬਟੀਜ਼ ਦੇ ਵਿੱਚ ਵੀ ਕਾਫੀ ਇੰਪਰੂਵ ਕਰਨ ਦੀ ਲੋੜ ਹੈਗੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ, ਨੰਬਰ 1 ਅਵੇਅਰਨੈਸ ਟੁਵਰਡਸ ਹਰ ਚੀਜ਼ ਨਾਲ, ਜਿਵੇਂ ਤੁਸੀਂ ਡਾਇਟ ਦੇ ਹਿਸਾਬ ਨਾਲ, ਐਕਟਿਵ ਲਾਈਫ ਸਟਾਈਲ ਦੇ ਕਰਨਾ, ਬਿਹੇਵੀਅਰ ਨਾਲ, ਅਤੇ ਇਹਦੇ 'ਤੇ ਕਾਫੀ ਜਿਹੜੀਆਂ ਡਿਜ਼ੀਜ਼ਸ ਹੁੰਦੀਆਂ ਕਿਵੇਂ, ਤਾਂ ਕਿ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ 50% ਲੋਕਾਂ ਨੂੰ ਕਿ ਦੇ ਆਰ ਇਨ ਪ੍ਰੀ ਡਾਇਬਟੀਜ਼ ਫੇਸ। ਜੇ ਉਹਨਾਂ ਨੂੰ ਇਹ ਪਤਾ ਲੱਗ ਸਕੇ ਅਤੇ ਉਹਨਾਂ ਨੂੰ ਟੀਚ ਕੀਤਾ ਜਾਵੇ ਕਿਸ ਤਰ੍ਹਾਂ ਦਾ ਐਕਟਿਵ ਲਾਈਫ ਸਟਾਈਲ ਨਾਲ ਤੁਸੀਂ ਔਨਸੈਟ ਡਿਲੇ ਕਰ ਸਕਦੇ ਹੋ ਡਾਇਬਟੀਜ਼ ਨੂੰ। ਸੋ ਸਾਡੀ ਕੋਸ਼ਿਸ਼ ਹੈਗੀ ਆ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਲਾਨ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਨਾਲ ਰਿਸੋਰਸਿਸ ਜੁਟਾ ਕੇ ਤਾਂ ਕਿ ਨੈਸ਼ਨਲ ਸਟ੍ਰੈਟਜੀ
ਦੇ ਤੇ ਇਸੇ ਕਰਕੇ ਮੈਂ ਮੋਸ਼ਨ ਵੀ ਪਾਇਆ ਹੈਗਾ ਪਾਰਲੀਮੈਂਟ ਜਿਹੜੇ ਹਾਊਸ ਆਫ ਕਾਮਨਸ ਦੇ ਵਿੱਚ ਹੁਣ ਪਟੀਸ਼ਨ ਵੀ ਚੱਲ ਰਹੀ ਹੈਗੀ ਹੈ ਤੇ ਤਾਂ ਕਿ ਇਹਦੇ ਟੁਵਰਡਸ ਹੋਰ ਅਸੀਂ ਕੰਮ ਕਰ ਸਕੀਏ ਤੇ ਤਾਂ ਕਿ ਇਸ ਬਿਮਾਰੀ ਤੇ ਕੰਟਰੋਲ ਹੋ ਸਕੇ। ਹਾਲ ਦੇ ਵਿੱਚ ਹੀ ਸੁਪਰ ਕਲਸਟਰ ਵਾਸਤੇ ਫੰਡਸ ਅਨਾਉਂਸਮੈਂਟ ਹੋਈ ਸੀ ਲੇਕਿਨ ਬਰੈਂਪਟਨ ਉਹਦੇ 'ਚ ਨਹੀਂ ਆਇਆ, ਉਮੀਦ ਹੈ ਕਿ ਅਗਲੀ ਵਾਰੀ ਆਏਗਾ। ਜ਼ਰੂਰ ਜੀ, ਜੇ ਤੁਸੀਂ ਦੇਖਿਆ ਜਾਵੇ ਸੁਪਰ ਕਲਸਟਰ ਜਿਹੜੇ ਮਿਨਿਸਟਰ ਬੇਂਸ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀਗੀ ਅਤੇ ਇਹਦੇ ਨਾਲ ਸਾਰੇ ਹੀ ਅਸੀਂ ਇੱਕ ਤਰ੍ਹਾਂ ਨਾਲ ਦੇਖਦੇ ਹਾਂ। ਠੀਕ ਹੈ, ਮੈਂ ਬਰੈਂਪਟਨ ਸਾਊਥ ਤੋਂ ਆਪਣੇ ਰਾਈਡਿੰਗ ਤੋਂ ਰਿਪਰੈਜ਼ੈਂਟੇਟਿਵ ਹਾਂ। ਆਈ ਆਲਵੇਜ਼ ਥੈਂਕਫੁਲ ਟੂ ਮਾਈ ਰੈਜ਼ੀਡੈਂਟਸ ਜਿਨ੍ਹਾਂ ਨੇ ਮੈਨੂੰ ਆਪਣਾ ਰਿਪਰੈਜ਼ੈਂਟੇਟਿਵ ਬਣਾਇਆ ਹੈਗਾ। ਪਰ ਫਿਰ ਐਜ਼ ਏ ਕੈਨੇਡਾ ਜੇ ਤੁਸੀਂ ਕਿਤੇ ਵੀ ਸੁਪਰ ਕਲਸਟਰ ਦੇ ਜਿਹੜੀ ਇਨੋਵੇਸ਼ਨ ਦਾ ਅੱਜ ਕੱਲ੍ਹ ਯੁੱਗ ਹੈਗਾ ਵਾ ਉਹਦੇ ਨਾਲ ਸਾਡੀ ਜੋਬ ਕ੍ਰੀਏਸ਼ਨ ਕੰਟਰੀ ਨੂੰ ਹੋਣਗੀਆਂ, ਕੰਟਰੀ ਨੂੰ ਫਾਇਦਾ ਹੋਊਗਾ, ਕਿਤੇ ਨਾ ਕਿਤੇ ਲਿੰਕ ਉਹ ਸਾਡੀ ਰਾਈਡਿੰਗ ਨਾਲ ਵੀ ਉਹਦਾ ਬਣੇਗਾ। ਤਾਂ ਇਸ ਕਰਕੇ ਮੈਂ ਸੋਚਦੀ ਹਾਂ ਕਿ ਡਜ਼ਨਟ ਮੈਟਰ ਜੇ ਬਰੈਂਪਟਨ ਨਹੀਂ ਆਇਆ, ਮੇਬੀ ਨੈਕਸਟ ਟਾਈਮ ਅਸੀਂ ਹੋਰ ਕਿਸੇ ਢੰਗ ਨਾਲ ਇਨੋਵੇਟਿਵ ਅਤੇ ਹੋਰ ਤਰ੍ਹਾਂ ਦਾ ਫੰਡ ਲੈ ਕੇ ਅਸੀਂ ਆਪਣੇ ਉਸੇ ਤਰ੍ਹਾਂ ਨਾਲ ਜੇ ਤੁਸੀਂ ਦੇਖਿਆ ਜਾਵੇ ਜਿਵੇਂ ਪਹਿਲਾਂ ਮੈਂ ਗੱਲ ਕਰ ਚੁੱਕੀ ਹੈਗੀ ਹਾਂ ਹੋਰ ਵੀ ਜਿਵੇਂ ਸ਼ੇਰਡਨ ਜਿਹੜਾ ਹੈਗਾ, ਐਮਾਜ਼ਾਨ ਹੋਰ ਵੀ ਕਾਫੀ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਜ਼ ਹੈਗੀਆਂ ਉਹ ਸਾਡੇ ਬਰੈਂਪਟਨ ਦੇ ਵਿੱਚ। ਬਰੈਂਪਟਨ ਜਿਹੜਾ ਕਾਫੀ ਨੇੜੇ ਹੈਗਾ ਇੱਕ ਦੂਸਰੇ ਨਾਲ, ਜਿਵੇਂ ਹੁਣ ਕਈ ਮੇਰੀ ਰਾਈਡਿੰਗ ਦੇ ਜਿਹੜੇ ਹੈਗੇ ਆ ਮਿਸਿਸਾਗਾ 'ਚ ਜੋਬ ਕਰਦੇ ਹੈਗੇ ਆ, ਬਰੈਂਪਟਨ ਨੌਰਥ ਦੇ ਵਿੱਚ ਜੋਬ ਜਿਵੇਂ ਕ੍ਰਾਈਸਟਲ ਪਲਾਂਟ ਹੈਗਾ, ਬਰੈਂਪਟਨ ਈਸਟ ਦੇ ਵਿੱਚ ਉੱਥੇ ਜੋਬ ਕਰਦੇ ਆ ਅਤੇ ਵੈਲ ਕਨੈਕਟਡ ਹੈਗਾ। ਡਜ਼ਨਟ ਮੈਟਰ ਤੁਸੀਂ ਕਿਸ ਰਾਈਡਿੰਗ 'ਚ ਕਿਸ ਪਾਰਟ ਦੇ ਵਿੱਚ ਹੈਗੀਆਂ ਜੋਬਸ, ਪਰ ਇਹਦਾ ਸਿੱਧੇ ਢੰਗ ਨਾਲ ਤੁਹਾਨੂੰ ਆਵਾਮ ਨੂੰ ਫਾਇਦਾ ਤਾਂ ਹੁੰਦਾ। ਕੋਈ ਸੋਸ਼ਲ ਇਸ਼ੂਜ਼ ਦੀ ਗੱਲ ਕੀਤੀ ਜਾਏ ਤਾਂ ਇੱਕ NRIs ਮੁੰਡੇ ਜਿਹੜੇ ਹੁੰਦੇ ਆ ਵਿਆਹ ਕਰਕੇ ਕੁੜੀਆਂ ਲੈ ਜਾਂਦੇ ਆ ਜਾਂ ਛੱਡ ਜਾਂਦੇ ਆ, ਲੈ ਕੇ ਨਹੀਂ ਜਾਂਦੇ, ਉੱਥੇ ਜਾ ਕੇ ਛੱਡ ਦਿੰਦੇ ਆ, ਉਸ ਇਸ਼ੂ ਵਾਸਤੇ ਸੋਨੀਆ ਸਿੱਧੂ ਕੀ ਸੋਚਦੇ ਆ? ਇਹਦੇ ਬਾਰੇ ਇਹ ਹੈਗਾ ਦੋਨੋਂ ਢੰਗ ਨਾਲ ਜੇ ਦੇਖਿਆ ਜਾਵੇ ਕਿ ਜਿਹੜਾ ਸਪਾਊਜ਼ਲ ਕਈ ਲੋਕ ਜਿਹੜੇ ਆਪਣੇ ਮੇਰੇ ਨਾਲ ਮੈਂ ਤੁਹਾਨੂੰ ਇੱਕ ਸਟੋਰੀ ਸ਼ੇਅਰ ਕਰਨਾ ਚਾਹੁੰਦੀ। ਕਈ ਵਾਰੀ ਕਿ ਬਹੁਤ ਜ਼ਰੂਰਤ ਹੁੰਦੀ ਹੈ ਕਿ ਸਪਾਊਸ ਸਾਡੇ ਜਲਦੀ ਆਉਣ ਤਾਂ ਕਿ ਅਸੀਂ ਆਪਣਾ ਅੱਗੇ ਵਾਲਾ ਜਿਹੜਾ ਜ਼ਿੰਦਗੀ ਆ ਉਹਨੂੰ ਅਸੀਂ ਚੰਗੇ ਢੰਗ ਨਾਲ ਗੁਜ਼ਾਰ ਸਕੀਏ ਜਾਂ ਅਸੀਂ ਇਕੱਠੇ ਰਲ ਕੇ ਕਰ ਸਕੀਏ। ਬਹੁਤ ਸਪਾਊਸ ਜਿਹੜੇ ਆ ਉਹ ਆਉਂਦੇ ਆ ਕਿ ਸਾਡਾ ਸਪਾਊਸ ਜਿਹੜਾ ਜਲਦੀ ਆ ਜਾਵੇ। ਸੋ ਸਾਡੀ ਸਰਕਾਰ ਹੈਗੇ ਸਪਾਊਜ਼ਲ ਜਿਹੜਾ ਟਾਈਮ ਪੀਰੀਅਡ ਉਹ ਘੱਟ ਕਰਨ ਦੇ ਵਿੱਚ, ਜਿਵੇਂ ਤੁਸੀਂ ਦੇਖਿਆ 2-2 ਸਾਲ ਪਿਛਲੇ ਗਵਰਨਮੈਂਟ 'ਚ ਹੁੰਦੇ ਸੀਗੇ, ਜਿਹੜਾ ਹੁਣ ਸਾਡੇ 'ਚ ਹੈ ਸਾਡੀ ਸਰਕਾਰ ਨੇ 1 ਸਾਲ ਦੇ ਵਿੱਚ ਮਤਲਬ ਕਿ ਸਪਾਊਜ਼ਲ ਵੀਜ਼ੇ ਕਾਫੀ ਮਿਲ ਰਹੇ ਹੈਗੇ। ਸਕਸੈਸ ਰੇਟ ਹੁਣ ਕਾਫੀ ਚੰਗਾ ਹੈਗਾ ਅਤੇ ਉਹਦੇ ਨਾਲ ਕਿ ਫਾਇਦਾ ਵੀ ਹੁੰਦਾ ਹੈ। ਜੇ ਕੋਈ 1 ਜਾਂ 2% ਇਸ ਤਰ੍ਹਾਂ ਹੁੰਦਾ ਵੀ ਹੈ ਅਤੇ ਉਹਦੇ ਨਾਲ ਆਪਾਂ ਸਾਰੇ ਲੋਕਾਂ ਨੂੰ ਨਹੀਂ ਇਹ ਸਜ਼ਾ ਦੇ ਸਕਦੇ। ਮੇਰੇ ਖਿਆਲ ਦੇ ਵਿੱਚ ਜਿਹੜੇ ਕੋਈ ਇਸ ਤਰ੍ਹਾਂ ਦਾ ਕਰਦੇ ਆ ਉਹਨਾਂ ਨੂੰ ਕੌਨਸੀਕੁਐਂਸਿਸ ਉਹਨਾਂ ਨੂੰ ਉਸੇ ਤਰ੍ਹਾਂ ਨਾਲ ਉਹਨਾਂ ਨੂੰ ਜਿਵੇਂ ਅਕੋਰਡਿੰਗ ਟੂ ਲਾਅ ਉਸੇ ਤਰ੍ਹਾਂ ਨਾਲ ਉਹ ਸਹਿਣੇ ਪੈਂਦੇ ਜੇ ਕੋਈ ਕਿਸੇ ਨੂੰ ਕੋਈ ਟਾਰਚਰ ਵੀ ਕਰਦਾ ਹੈਗਾ। ਅਤੇ ਬਹੁਤੇ ਜਿਹੜੇ 90% ਜਿਹੜੇ ਕੇਸਿਸ ਹੈਗੇ ਆ ਉਹ ਸਕਸੈਸਫੁਲ ਹੈ ਕੇਸਿਸ ਹੁੰਦੇ ਹੈਗੇ ਆ। ਪਰ ਜਿਹੜੇ ਕਈ ਇਸ ਤਰ੍ਹਾਂ ਦੇ ਵੀ ਕੇਸਿਸ ਹੁੰਦੇ ਆ ਉਹ ਮੈਂ ਇਹ ਵੀ ਦੇਖਿਆ ਕਿ ਜ਼ਰੂਰੀ ਨਹੀਂ ਕਿ 1-2 ਸਾਲ ਉਹ ਬਾਅਦ ਦੇ ਵਿੱਚ ਵੀ ਉਹ ਜਿਹੜੇ ਉਹ ਝਗੜੇ ਹੋ ਸਕਦੇ ਹੈਗੇ। ਜਿਵੇਂ ਪ੍ਰਧਾਨ ਮੰਤਰੀ ਟਰੂਡੋ ਇੰਡੀਆ ਪਹੁੰਚੇ ਤੇ ਅਚਾਨਕ ਇੱਕ ਮੁੱਦਾ ਨਿਕਲ ਕੇ ਆਇਆ, ਖਾਲਿਸਤਾਨ, ਵੱਖਵਾਦ। ਅਚਾਨਕ ਬਹੁਤ ਜ਼ਿਆਦਾ ਗਰਮਾ ਗਿਆ ਜੋ ਜਸਪਾਲ ਅਟਵਾਲ ਦੀ ਇੱਕ ਤਸਵੀਰ ਸਾਹਮਣੇ ਆਈ। ਕਿਵੇਂ ਦੇਖਦੇ ਹੋ? ਮੇਰੇ ਖਿਆਲ ਨਾਲ ਉੱਥੇ ਤਾਂ ਇਹੋ ਜਿਹੀ ਗੱਲ ਨਹੀਂ। ਵੀ ਬਲੀਵ ਇਨ ਯੂਨਾਈਟਿਡ ਇੰਡੀਆ ਅਤੇ ਮੈਂ ਨਹੀਂ ਸਮਝਦੀ ਕਿ ਅਸੀਂ ਉੱਥੇ ਇਹੋ ਜਿਹੀ ਕੋਈ ਗੱਲ ਹੈਗੀ ਹੈ। ਸੋਨੀਆ ਸਿੱਧੂ ਫਿਰ ਹੁਣ ਇੰਡੀਆ ਕਦੋਂ ਆਉਣਗੇ ਅਤੇ ਕੀ ਰਹੇਗਾ ਹੁਣ ਅਗਲਾ ਟੀਚਾ ਸੋਨੀਆ ਸਿੱਧੂ ਦਾ, ਕਿਉਂਕਿ ਇਲੈਕਸ਼ਨ ਵੀ ਅੱਗੇ ਬਿਲਕੁਲ ਆਲਮੋਸਟ ਸਿਰ 'ਤੇ ਹੈਗਾ? ਬਿਲਕੁਲ ਜੀ, ਜਿਵੇਂ ਮੈਂ ਦੱਸਿਆ ਕਿ ਐਵਰੀ ਈਅਰ ਐਨੂਅਲ ਡਾਇਬੀਟੀਜ਼ ਕਾਨਫਰੰਸ ਦੇ ਵਿੱਚ ਤਾਂ ਮੇਰੀ ਸ਼ਿਰਕਤ ਹੁੰਦੀ ਰਹੇਗੀ ਐਜ਼ ਏ ਚੇਅਰ। ਪਰ ਬਾਕੀ ਜੇ ਕਈ ਵਾਰੀ ਜਿਵੇਂ ਪਰਸਨਲ ਬੀਇੰਗ ਸਿੱਖ, ਬੀਇੰਗ ਇੰਡੋ ਕੈਨੇਡੀਅਨ ਆਲਵੇਜ਼ ਮੈਂ ਪ੍ਰਾਊਡ ਫੀਲ ਕਰਦੀ ਹਾਂ। ਸਾਡੇ ਪਰਸਨਲ ਵੀ ਬਿਕੋਜ਼ ਮੈਂ ਇੱਥੋਂ ਦੀ ਜੰਮੀ ਪਲੀ ਇਮੀਗ੍ਰੈਂਟ ਬਣ ਕੇ ਉੱਥੇ ਕੈਨੇਡਾ ਗਈ। ਸੋ ਸਾਡੀਆਂ ਪੀਪਲ ਟੂ ਪੀਪਲ ਟਾਈਜ਼ਡ ਹੈਗੀਆਂ ਅਤੇ ਉਸ ਤਰ੍ਹਾਂ ਵੀ ਕਈ ਵਾਰੀ ਆਉਣਾ ਪੈਂਦਾ ਹੈਗਾ। ਪਰ ਜੇ ਤੁਸੀਂ ਪਰਸਨਲ ਤੋਂ ਬਗੈਰ ਜੇ ਓਫੀਸ਼ੀਅਲ ਆਉਣਾ ਪਊਗਾ ਜ਼ਰੂਰ ਅਸੀਂ ਸੋਚਾਂਗੇ ਕਿ ਇੰਡੋ ਜਿਵੇਂ ਹੁਣ ਵੀ ਅਸੀਂ ਸੋਚਦੇ ਹਾਂ ਕਿ ਇੰਡੀਆ ਅਤੇ ਕੈਨੇਡਾ ਦੇ ਜਿਹੜੇ ਰਿਲੇਸ਼ਨ ਹੋਰ ਸਟਰੋਂਗ ਹੋਣ। ਬਹੁਤ ਪੋਟੈਂਸ਼ੀਅਲ ਹੈਗੀ ਆ ਦੋਨਾਂ ਦੇਸ਼ਾਂ ਦੇ ਵਿੱਚ ਤਾਂ ਕਿ ਹੋਰ ਜਿਹੜੇ ਆ ਹਰ
ਖੇਤਰ ਦੇ ਵਿੱਚ ਜਿਹੜੇ ਸਬੰਧ ਮਜ਼ਬੂਤ ਹੋ ਕੇ ਹੋਰ ਜਿਹੜੇ ਵਪਾਰ ਨਾਲ ਦੋਨੋਂ ਹੀ ਦੇਸ਼ਾਂ ਦੇ ਆਵਾਮ ਨੂੰ ਜਿਹੜਾ ਉਹ ਫਾਇਦਾ ਪਹੁੰਚ ਸਕੇ। ਚੱਲਦੇ ਚੱਲਦੇ ਆਖਰੀ ਸਵਾਲ, ਜਗਮੀਤ ਸਿੰਘ, ਇੱਕ ਨਵਾਂ ਫੇਸ ਕਨਾਡਾ ਦੀ ਰਾਜਨੀਤੀ ਦਾ, ਕੀ ਲੱਗਦਾ ਹੈ ਕਿ ਆਉਣ ਵਾਲੇ ਟਾਈਮ 'ਚ ਪ੍ਰਧਾਨ ਮੰਤਰੀ ਹੋਣਗੇ? ਦੇਖੋ ਜੀ, ਬਹੁਤ ਡੈਮੋਕ੍ਰੇਸੀ ਦਾ ਹੈਗਾ ਜ਼ਮਾਨਾ ਅਤੇ ਸਾਰੇ ਹੀ ਆਪਣੇ ਆਪਣੇ ਢੰਗ ਨਾਲ ਚੰਗੇ ਲੀਡਰ ਹੁੰਦੇ ਹੈਗੇ ਆ। ਬਾਕੀ ਇਹ ਮੈਂ ਬਹੁਤੇ ਰੈਜ਼ੀਡੈਂਟਸ ਸੇ ਛੱਡਦੀ ਹਾਂ, ਕੈਨੇਡੀਅਨਸ ਸੇ ਛੱਡਦੀ ਹਾਂ, ਕਿਸ ਤਰ੍ਹਾਂ ਨਾਲ ਲੈਂਦੇ ਆ, ਜਿਵੇਂ ਕਿ ਇਨਸਾਨ ਦੇ ਹਿਸਾਬ ਨਾਲ, ਆਪਣੀ ਪਾਰਟੀ ਦੀ ਪਾਲਿਸੀਜ਼ ਦੇ ਹਿਸਾਬ ਨਾਲ, ਇਟ ਡਿਪੈਂਡਸ ਅਪੋਨ ਕੈਨੇਡੀਅਨਸ। ਬਹੁਤ ਬਹੁਤ ਧੰਨਵਾਦ ਮੈਡਮ, ਤੁਸੀਂ ਸਾਨੂੰ ਆਪਣੇ ਬਹੁਤ ਬਿਜ਼ੀ ਸ਼ਡਿਊਲ 'ਚੋਂ ਟਾਈਮ ਦਿੱਤਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਅਖੀਰ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜੀ ਡਿਗਨੇਟਰੀਜ਼ ਬਾਹਰੋਂ ਆਉਂਦੀਆਂ ਉਹਨਾਂ ਦਾ ਅਸੀਂ ਦੌਰਾ ਦੇਖਦੇ ਹਾਂ ਜੀ। ਉਹ 1 ਦਿਨ 2 ਦਿਨ ਵਾਸਤੇ ਆਉਂਦੇ। ਸਟੇਟ ਵਿਜ਼ਿਟ 7 ਡੇਜ਼ ਦਾ ਨਾਲ PM ਆਪਣੀ ਫੈਮਿਲੀ ਨੂੰ ਵੀ ਲੈ ਕੇ ਆਇਆ ਹੈ। ਕੀ ਇਸ ਦੇ ਪਿੱਛੇ ਸੋਚ? ਥੈਂਕ ਯੂ ਜੀ ਫॉर ਹੈਵਿੰਗ ਮੀ ਔਨ PTC। ਫਸਟ ਆਫ ਆਲ, ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਸਾਰੇ ਹੀ ਡੈਲੀਗੇਸ਼ਨ ਵਿੱਚ ਆਏ ਹਾਂ ਕਿ ਆਲਮੋਸਟ 14 MPs, 6 ਮਿਨਿਸਟਰਸ, ਅਤੇ ਮੇਨ ਮਕਸਦ ਹੈਗਾ ਕਿ ਹਰ ਰਿਸ਼ਤਾ ਸਾਡਾ ਮਜ਼ਬੂਤ ਹੋਏ, ਚਾਹੇ ਉਹ ਵਪਾਰ ਹੈ, ਚਾਹੇ ਉਹ ਕੋਈ ਕਲਚਰਲ, ਅਤੇ ਚਾਹੇ ਕੋਈ ਟੂਰਿਜ਼ਮ ਦਾ। ਸਾਡਾ ਜਿਵੇਂ ਮੋਸਟਲੀ ਜਿਹੜੇ ਕਿ ਅਸੀਂ ਰਿਪਰੈਜ਼ੈਂਟੇਟਿਵ, ਸਾਡਾ ਰੂਟਸ ਵੀ ਮੇਨ ਸਾਡੀਆਂ ਜਿਹੜੀਆਂ ਕਿ ਮੋਸਟਲੀ ਮੈਂ ਆਈ ਬੋਰਨ ਇਨ ਪੰਜਾਬ, ਆਮ ਪ੍ਰਾਊਡ ਸਿੱਖ ਇੰਡੋ ਕੈਨੇਡੀਅਨ ਵੂਮਨ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਹੁਣ ਵੀ ਜਿਹੜੀ ਆ ਮੇਨ ਸਾਡਾ ਇਹ ਹੈਗਾ ਕਿ ਅਸੀਂ ਰੂਟਸ ਜਿਹੜੀਆਂ ਕਿ ਇੰਡੀਆ ਅਤੇ ਕੈਨੇਡਾ ਦੀਆਂ ਮਜ਼ਬੂਤ ਹੋਣ। ਅਤੇ ਬਾਕੀ ਜਿਹੜੀ ਇੱਕ ਹੋਰ ਮੈਂ ਜਿਹੜੀ ਗੱਲ ਕਰਨਾ ਚਾਹੁੰਦੀ ਹਾਂ ਸੀ ਕਿ ਜਿਵੇਂ ਕਿ ਅੱਜ ਮੈਂ ਉੱਥੇ ਵੀ ਦੱਸਿਆ ਕਿ ਜਿਹੜੀ ਇੱਕ ਜਿਹੜੀ ਫਲਾਈਟ ਦੀ ਬਹੁਤ ਹੀ ਉੱਥੇ ਮੰਗ ਆ ਰਹੀ ਹੈਗੀ ਆ ਕਿ ਜੇ ਅੰਮ੍ਰਿਤਸਰ ਤੋਂ ਕਿ ਇੱਕ ਤਾਂ ਟਾਈਮ ਕੰਜ਼ਿਊਮ ਹੁੰਦਾ ਕਿ ਦਿੱਲੀ ਤੋਂ ਉੱਥੇ, ਅਤੇ ਬਾਕੀ ਬਹੁਤ ਹੀ ਹਰ ਤਰ੍ਹਾਂ ਨਾਲ ਸੇਵਿੰਗ ਹੋ ਜਾਵੇ ਜੇ ਕਿ ਸਿੱਧੀ ਫਲਾਈਟ ਜਿਹੜੀ ਆ ਕਿ ਮਤਲਬ ਕਿ ਅੰਮ੍ਰਿਤਸਰ ਹੋਵੇ ਜਾਂ ਚੰਡੀਗੜ੍ਹ ਹੋਵੇ ਸਿੱਧੀ। ਤੇ ਇਹ ਮੁੱਦਾ ਆਫੀਸ਼ੀਅਲ ਤੌਰ ਤੇ ਤੁਸੀਂ ਇਸ ਡੈਲੀਗੇਸ਼ਨ ਨੇ ਰੱਖੇਗਾ ਸਾਹਮਣੇ, ਇੰਡੀਅਨ ਗਵਰਨਮੈਂਟ ਦੇ ਸਾਹਮਣੇ? ਇਸ ਬਾਰੇ ਮੈਂ ਜਿਹੜੀ ਪਰ ਇਹ ਜਿਹੜੀ ਸਾਡੀ ਕਾਫੀ ਜਿਵੇਂ ਮੇਰੀ ਰਾਈਡਿੰਗ ਦੇ ਵਿੱਚ ਵੀ ਆ, ਸਾਡੇ ਉੱਥੋਂ ਬਰੈਂਪਟਨ ਦੇ ਵਿੱਚ ਵੀ ਕਾਫੀ ਆਈ ਹੈ। ਅਤੇ ਬਾਕੀ ਇਹਦੇ ਬਾਰੇ ਤੇ ਜਿਵੇਂ ਅੱਜ ਪੁੱਛਿਆ ਸੀ ਕਿ ਕੀ ਮੇਨ ਸਾਡੀਆਂ ਹੈਗੀਆਂ ਉੱਥੇ ਪ੍ਰੋਬਲਮਸ ਹੈਗੀਆਂ। ਅਤੇ ਬਾਕੀ ਜਿਹੜੀ ਮੇਨ ਮੁੱਦਾ ਹੈਗਾ ਸਾਡਾ ਵਪਾਰ ਦਾ ਜਿਹੜਾ ਹੈਗਾ ਹੋਰ ਸਕੈਜੂਲ ਹੈਗਾ। ਜਿਵੇਂ ਤੁਸੀਂ ਦੇਖੋ ਕਿ ਮੋਸਟਲੀ ਗੋਲਡਨ ਟੈਂਪਲ ਵੀ ਜਾ ਰਹੇ ਹਾਂ। ਅੱਜ ਅਸੀਂ ਸਾਰੇ ਇੱਥੋਂ ਰਕਾਬਗੰਜ ਤੇ ਮੱਥਾ ਟੇਕ ਕੇ ਅਸੀਂ ਆਪਣੀ ਸ਼ੁਰੂਆਤ ਕੀਤੀ ਹੈਗੀ। ਅਤੇ ਬਾਕੀ ਇਹ ਤਾਂ ਜਿਵੇਂ ਮੇਨ ਜਿਹੜੀਆਂ ਹੈਗੀਆਂ ਕਿ ਸਟੂਡੈਂਟਸ ਜਿਹੜੇ ਸਾਡੇ ਇੱਥੇ ਮੋਸਟਲੀ ਜਿਵੇਂ ਜਦੋਂ ਦੀ ਸਾਡੀ ਗਵਰਨਮੈਂਟ ਆਈ ਹੈ, ਜੇ ਤੁਸੀਂ ਦੇਖਿਆ ਜਾਵੇ TRV ਜਿਹੜੇ ਆ ਉਹ ਕਾਫੀ ਅੱਗੇ ਤੋਂ ਇਨਕਰੀਜ਼ ਹੋਏ ਆ। 98% ਸਕਸੈਸ ਰੇਟ ਹੈਗਾ। ਅਤੇ ਹੁਣ ਕੈਨੇਡਾ ਜਾਣਾ ਬਹੁਤ ਸੌਖਾ ਹੋ ਗਿਆ। ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਉੱਥੇ ਪੜ੍ਹ ਕੇ ਆਉਂਦੇ ਆ ਜਾਂ ਇੰਡੀਆ ਕੇ ਆਪਣਾ ਜਿਹੜਾ ਉੱਥੋਂ ਸਿੱਖ ਕੇ ਆਉਂਦੇ ਜਾਂ ਉੱਥੇ ਰਹਿਣ, ਸੋ ਇਟ ਡਜ਼ਨਟ ਮੈਟਰ ਜਿਵੇਂ ਉਹਨਾਂ ਦਾ ਠੀਕ ਲੱਗਦਾ, ਪਰ ਜ਼ਰੂਰ ਇਹ ਸਬੰਧ 'ਤੇ ਮਜ਼ਬੂਤ ਹੋਏ। ਅਤੇ ਅਸੀਂ ਹੋਰ ਵੀ ਚਾਹੁੰਦੇ ਹਾਂ ਕਿ ਹੋਰ ਇਹ ਮਜ਼ਬੂਤ ਹੋਣ। ਪੰਜਾਬ ਦੇ ਮੱਦੇਨਜ਼ਰ, ਕਿਉਂਕਿ ਪੰਜਾਬੀ ਬਹੁਤ ਸਾਰੇ MPs, ਤੁਸੀਂ ਆਪ ਪੰਜਾਬੀ ਹੋ, ਤੁਸੀਂ ਕਿਹਾ ਕਿ ਮੈਂ ਪ੍ਰਾਊਡ ਸਿੱਖ ਹਾਂ, ਔਰ ਪੰਜਾਬ ਦੇ ਮੱਦੇਨਜ਼ਰ ਇਸ ਡੈਲੀਗੇਸ਼ਨ ਵਿੱਚ ਕੁਝ ਅੱਡ ਤੋਂ ਚੀਜ਼ਾਂ ਸੋਚੀਆਂ ਗਈਆਂ ਨੇ ਕਿ ਪੰਜਾਬ ਨਾਲ ਇਸ ਤਰੀਕੇ ਨਾਲ ਕੈਨੇਡਾ ਨੂੰ ਹੋਰ ਨੇੜੇ ਲਿਆਂਦਾ ਜਾ ਸਕਦਾ? ਬਿਲਕੁਲ ਜੀ, ਇਹ ਪਹਿਲਾ ਹੈਗਾ ਵਿਜ਼ਿਟ ਹੈਗੀ ਆ। ਅਤੇ ਅਸੀਂ ਸਾਰਿਆਂ ਨੇ ਦਰਬਾਰ ਸਾਹਿਬ ਵੀ ਜਾਣਾ। ਸਾਡੇ ਪ੍ਰਾਈਮ ਮਿਨਿਸਟਰ ਟਰੂਡੋ, ਅਸੀਂ 21 ਤਰੀਕ ਨੂੰ ਅਸੀਂ ਦਰਬਾਰ ਸਾਹਿਬ ਵੀ ਜਾਵਾਂਗੇ। ਫਿਰ ਜਿਵੇਂ ਵੀ ਅੱਗੇ ਓਫੀਸ਼ੀਅਲ ਗੱਲਾਂ ਆਉਣਗੀਆਂ, ਓਫੀਸ਼ੀਅਲ ਆਉਣਗੇ, ਅਤੇ ਉਸ ਹਿਸਾਬ ਨਾਲ ਕੀਤਾ ਜਾਵੇਗਾ। ਅਤੇ ਮੇਨ ਗੱਲ ਹੈਗੀ ਆ ਕਿ ਦੋਨੋਂ ਕੰਟਰੀਜ਼ ਦੀ ਮਜ਼ਬੂਤ ਜਿਹੜੇ ਰਿਸ਼ਤੇ ਉਹ ਹੋਣ। ਸੋ ਇਟਸ ਇਨਕਲੂਡਿੰਗ ਪੰਜਾਬ। ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਨਾਲ ਹੀ ਬੀਇੰਗ ਪੰਜਾਬੀ ਐਜ਼ ਅ ਸੈਡ ਕਿ ਮੇਰੇ ਅਸੀਂ ਅਤੇ ਹੋਰ ਰੂਟਸ ਜਿਹੜੀਆਂ ਸਾਡੀਆਂ ਹੈਗੀਆਂ ਜਿਹੜਾ ਉਹ ਹੋਰ ਮਜ਼ਬੂਤ ਹੋਣ। ਸੋਨੀਆ ਜੀ, ਇੱਕ ਐਜ਼ ਅ MP ਔਰ ਇੱਕ ਐਜ਼ ਅ ਡਿਗਨੇਟਰੀ ਆਉਣਾ, ਔਰ ਦੂਸਰਾ ਆਪਦੇ ਦੇਸ਼ ਵਿੱਚ ਆਉਣਾ, ਆਪਣੀ ਰੂਟਸ ਨਾਲ ਵਾਪਸ ਜੁੜਨਾ, ਇਸ ਦੌਰੇ ਦੀ ਅਹਿਮੀਅਤ, ਬਾਕੀ ਦੇਸ਼ਾਂ 'ਚ ਵੀ ਤੁਸੀਂ ਜਾਂਦੇ ਹੋਵੋਗੇ ਡੈਲੀਗੇਸ਼ਨ ਨਾਲ, ਇਸ ਦੌਰੇ ਦੀ ਫਿਰ ਉਸ ਨਾਲ ਕਿੰਨੀ ਅਹਿਮੀਅਤ ਵੱਧ ਜਾਂਦੀ ਹੈ ਜੋ ਤੁਸੀਂ ਆਪਣੇ ਦੇਸ਼ ਵਿੱਚ ਵਾਪਸ ਆ ਰਹੇ ਹੋ, ਆਪਣੀ ਰੂਟਸ ਨਾਲ ਵਾਪਸ ਜੁੜਨ ਦਾ ਮੌਕਾ ਜਦੋਂ ਮਿਲਦਾ? ਬਿਲਕੁਲ ਜੀ, ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਮਾਣ ਵੀ ਮਹਿਸੂਸ ਹੁੰਦਾ ਕਿ ਜਿਸ ਮਿੱਟੀ ਦੇ ਵਿੱਚ ਅਸੀਂ ਪੈਦਾ ਹੋਏ ਹਾਂ, ਅਸੀਂ ਉੱਥੇ ਵਾਪਸ ਆਏ ਹਾਂ। ਅਤੇ ਅਸੀਂ ਮੋਸਟਲੀ ਕਿ ਅਸੀਂ ਸਾਰੇ ਹੀ ਕੋਲੀਗਸ ਨਾਲ, ਸਾਡੇ ਪ੍ਰਾਈਮ ਮਿਨਿਸਟਰ ਨਾਲ ਆਏ ਹਾਂ। ਅਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਇਹਦਾ ਜਿਹੜਾ ਹੈਗਾ ਕਿ ਫਾਇਦਾ ਦੋਨਾਂ ਦੇਸ਼ਾਂ ਨੂੰ ਹੋ ਸਕੇ।
सके। तो चाहे जिमें दसिया चाहे वो ट्रेड बेस होवे या कोई कल्चर बेस होवे, टूरिज्म बेस होवे, वध तो वध दोनों ही देश इसका फ़ायदा उठा सकन। तो आई एम फीलिंग वेरी प्राउड, तो बहुत ही खुशी महसूस हो रही है। वूमन एम्पावरमेंट हमेशा ट्रूडो ਦੇ ਦਿਲ ਦੇ ਕਰੀਬ ਦਾ ਜਿਹਨੂੰ ਕਹੀਏ ਕਿ ਮੁੱਦਾ ਰਿਹਾ। ਉਹਨਾਂ ਦੀ ਕੈਬਨਿਟ ਵਿੱਚ ਵੀ ਬਹੁਤ ਸਾਰੀ ਵੂਮਨ ਮਿਨਿਸਟਰਸ ਨੇ। ਉਸ ਲਿਹਾਜ਼ ਨਾਲ ਇੱਕ ਸੋਨੀਆ ਸਿੱਧੂ ਦਾ ਇੱਥੇ ਆਉਣਾ, ਦੂਸਰਾ ਕਿਉਂਕਿ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਕੈਨੇਡਾ ਦੀ ਬੈਕ ਹੋਮ ਵੂਮਨ ਨੂੰ ਇੱਥੇ, ਉਸ ਲਿਹਾਜ਼ ਨਾਲ ਵੂਮਨ ਐਮਪਾਵਰਮੈਂਟ ਦੇ ਲਿਹਾਜ਼ ਨਾਲ ਕੀ ਕਹਿਣਾ ਚਾਹੋਗੇ? ਕਿਸ ਤਰੀਕੇ ਨਾਲ ਉੱਥੇ ਦੇਖਿਆ ਜਾਂਦਾ ਹੈ, ਕਿਸ ਤਰੀਕੇ ਨਾਲ ਇੱਥੇ ਜਦੋਂ ਤੁਸੀਂ ਇੱਥੋਂ ਦੀਆਂ, ਜਿਵੇਂ ਹੁਣ ਤੁਸੀਂ ਅੰਦਰ ਮਿਲ ਰਹੇ ਸੀ ਅਫਗਾਨ ਸਿੱਖਾਂ ਦੀਆਂ ਵਾਈਫ ਸੀਗੀਆਂ, ਉਹਨਾਂ ਨਾਲ ਮਿਲ ਰਹੇ ਸੀ, ਉਸ ਲਿਹਾਜ਼ ਨਾਲ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ ਜੀ, ਜਿਵੇਂ ਕਿ ਤੁਸੀਂ ਦੇਖਿਆ ਸਾਡੀ ਜਿਹੜੀ ਕੈਬਨਿਟ ਹੈਗੀ ਹੈ ਉਹ ਵੀ ਡਨ ਬੇਸਡ ਹੈ। ਸਾਡੇ ਪ੍ਰਾਈਮ ਮਿਨਿਸਟਰ ਬਹੁਤ ਹੀ ਇਨਕਰੇਜ ਕਰਦੇ ਕਿ ਵੂਮਨਸ ਨੂੰ ਹੋਰ ਅੱਗੇ ਲਿਆਂਦਾ ਜਾ ਸਕੇ। ਉਹੀ ਮੈਂ ਸੋਚਦੀ ਹਾਂ ਕਿ ਇੱਥੇ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਹੋਰ ਵੂਮਨਸ, ਹੋਰ ਗਰਲਸ ਅੱਗੇ ਆਉਣ, ਤਾਂ ਕਿ ਜਦੋਂ ਕਿ ਵੂਮਨਸ ਜਾਂ ਗਰਲਸ ਜਦੋਂ ਆਪਣੇ ਟੇਬਲ ਡਿਸੀਜਨ ਟੇਬਲ 'ਤੇ ਆਉਂਦੀਆਂ ਨਾ, ਆਈ ਥਿੰਕ ਕਮਿਊਨਿਟੀਜ਼ ਮੋਰ ਫਲਰਿਸ਼ ਕਰਦੀਆਂ ਹੈਗੀਆਂ। ਸੋ ਮੈਂ ਇਨਕਰੇਜ ਕਰਦੀ ਹਾਂ ਕਿ ਇੱਥੋਂ ਦੀਆਂ ਵੀ ਕੁੜੀਆਂ, ਅੱਜ ਕੱਲ੍ਹ ਤੁਸੀਂ ਦੇਖੋ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ, ਜਿਹੜਾ ਕਿ ਅੱਜ ਤੋਂ 20-22 ਸਾਲ ਪਹਿਲਾਂ ਸੀਗਾ ਉਹਦੇ ਨਾਲੋਂ ਬਹੁਤ ਚੇਂਜ ਆ ਚੁੱਕੀ ਹੈ। ਸੋ ਵੀ ਵਾਂਟ, ਸਾਨੂੰ ਸਾਰਿਆਂ ਨੂੰ ਵੀ, ਮੈਂ ਮੈਨਸ ਨੂੰ ਵੀ ਸਾਰਿਆਂ ਨੂੰ ਅਪੀਲ ਕਰਨਾ ਚਾਹੂੰਗੀ ਕਿ ਹੋਰ ਇਨਕਰੇਜ ਕਰਨ ਆਪਣੀਆਂ ਡਾਟਰਸ ਨੂੰ, ਸਿਸਟਰਸ ਨੂੰ, ਤਾਂ ਕਿ ਉਹ ਹੋਰ ਅੱਗੇ ਆ ਕੇ ਆਉਣ, ਕਿ ਡਿਸੀਜਨ ਟੇਬਲ 'ਤੇ ਆ ਕੇ ਮਤਲਬ ਕਿ ਹੋਰ ਪਾਰਟਿਸਿਪੇਟ ਕਰਨ, ਕਿਹੜਾ ਵੀ ਜਿਹੜਾ ਵੀ ਫੀਲਡ ਹੈਗਾ। ਆਈ ਨੋ ਅੱਗੇ ਨਾ ਬਹੁਤ ਫਰਕ ਪੈ ਗਿਆ, ਬਟ ਵੀ ਵਾਂਟ ਮੋਰ। ਇਸੇ ਕਰਕੇ ਸਾਨੂੰ ਮੌਕਾ ਮਿਲਿਆ। ਜੇ ਤੁਸੀਂ ਦੇਖਿਆ ਜਾਓ ਤਾਂ ਬਰੈਂਪਟਨ ਦੇ ਵਿੱਚੋਂ ਅਸੀਂ 3 MP ਜਿਹੜੇ ਵੂਮਨਸ MP ਹੈਗੀਆਂ, ਅਤੇ ਇਹ ਸੇਮ ਚੀਜ਼ ਚਾਹੁੰਦੀ ਹਾਂ ਕਿ ਮੈਂ ਪੰਜਾਬ, ਇੰਡੀਆ, ਸਾਰੇ ਥਾਵਾਂ 'ਤੇ ਹੋਰ ਵੂਮਨਸ ਅੱਗੇ ਆਉਣ, ਤਾਂ ਕਿ ਅਸੀਂ ਵੂਮਨਸ ਅਸੀਂ ਨਾਲ, ਜਿਵੇਂ ਕਿ ਸਾਡੇ ਪ੍ਰਾਈਮ ਮਿਨਿਸਟਰ ਦਾ ਹੈਗਾ ਕਿ ਕੈਬਨਿਟ ਦੇ ਵਿੱਚ 50% ਸਾਡੀਆਂ ਵੂਮਨਸ ਇਕੁਅਲ ਹੈਗੀਆਂ, ਤਾਂ ਕਿ ਉਹ ਹੋਰ ਵੂਮਨਸ ਅੱਗੇ ਆ ਸਕਣ।